ਵਾਹਿਗੁਰੂ ਜੀ ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਸਨਮਾਨਯੋਗ ਸਾਧ ਸੰਗਤ ਜੀ, ਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀ ਭਰ ਰਹੀ ਸਾਧ ਸੰਗਤ ਜੀ, ਸਿਮਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਅਨੇਕਾਂ ਹੀ ਚੋਜ ਹਨ। ਗੁਰੂ ਮਹਾਰਾਜ ਨੇ ਜਦੋਂ ਇੱਕ ਵਾਰ ਗੁਟਾਰ ਪੰਛੀ ਦਾ ਉਧਾਰ ਕੀਤਾ ਸੀ ਮਹਾਰਾਜ ਜੀ ਨੇ, ਤਾਂ ਉਸ ਵਕਤ ਕੋਈ ਸਾਧੂ ਆਇਆ ਸੀ ਮਹਾਰਾਜ ਜੀ ਦੇ ਦਰਬਾਰ ਵਿੱਚ। ਉਹਦੇ ਮਨ ਵਿੱਚ ਜਿਹੜੇ ਸ਼ੰਕੇ ਪੈਦਾ ਹੋ ਗਏ, ਭਰਮ ਪੈਦਾ ਹੋ ਗਏ, ਜਿਵੇਂ ਕਿ ਅੱਜ ਵੀ ਕਈ ਲੋਕ ਗੁਰੂ ਮਹਾਰਾਜ ਦੇ ਉੱਪਰ, ਉਹਨਾਂ ਦੇ ਇਤਿਹਾਸ ਉੱਪਰ, ਪ੍ਰਾਤਨ ਗ੍ਰੰਥਾਂ ਦੇ ਉੱਪਰ ਸ਼ੰਕਾ ਕਰਦੇ ਆ, ਪਰ ਉਹਨਾਂ ਨੂੰ ਅਸਲ ਭੇਦ ਪਤਾ ਨਹੀਂ ਹੁੰਦਾ। ਇਹ ਸਾਖੀ ਸੁਣ ਕੇ ਸਾਰੇ ਸ਼ੰਕੇ ਦੂਰ ਹੋ ਜਾਣਗੇ। ਜਦੋਂ ਮਹਾਰਾਜ ਜੀ ਦਾ ਦਰਬਾਰ ਸਜਿਆ ਕਿ ਇੱਕ ਵੈਸ਼ਨਵ ਵਿਰਾਗੀ ਸਾਧੂ, ਜਿਹਨੇ ਵਿਰਾਗ ਧਾਰਨ ਕੀਤਾ ਸੀ, ਬਿਨ ਬੈਰਾਗ ਨਾ ਛੂਟ ਸਮਾਇਆ। ਵਿਰਾਗ ਆਉਣਾ ਚੰਗੀ ਗੱਲ ਆ, ਪਰ ਦੇਖੋ ਜੀ ਅੱਗੇ ਵੀ ਬੜੀ ਅਵਸਥਾ ਉੱਚੀ ਹੁੰਦੀ ਆ। ਤਾਂ ਗੁਰੂ ਦਸ਼ਮੇਸ਼ ਪਾਤਸ਼ਾਹ ਜੀ ਦੇ ਬਾਰੇ ਇਹਨੇ ਸੁਣਿਆ ਸੀ ਤੇ ਮਹਾਰਾਜ ਜੀ ਦੇ ਦਰਸ਼ਨ ਆ ਗਿਆ ਕਰਨ। ਕੀ ਵੇਖਦਾ ਕਿ ਗੁਰੂ ਮਹਾਰਾਜ ਜੀ ਦੇ ਇੱਕ ਹੱਥ ਵਿੱਚ ਇੱਕ ਗਿਟਾਰ ਪੰਛੀ ਅਤੇ ਦੂਜੇ ਹੱਥ ਦੇ ਵਿੱਚ ਪਾਤਸ਼ਾਹ ਜੀ ਦੇ ਬਾਜ ਫੜਿਆ ਹੋਇਆ ਹੈ। ਬਾਜ ਨੇ ਕੀ ਕੀਤਾ? ਝਪਟ ਮਾਰੀ ਆ, ਗਿਟਾਰ ਦਾ ਮਾਸ ਤੋੜਿਆ, ਫਿਰ ਦੂਜੀ ਵਾਰੀ, ਫਿਰ ਤੀਜੀ ਵਾਰੀ ਹਮਲਾ ਕੀਤਾ। ਇਸ ਪ੍ਰਕਾਰ ਮਾਸ ਤੋੜ ਤੋੜ ਕੇ ਖਾਧਾ। ਜਦੋਂ ਇਹ ਵੇਖਿਆ ਨਾ, ਬੈਰਾਗੀ ਸਾਧੂ ਦੇ ਮਨ ਵਿੱਚ ਸ਼ੰਕਾ ਹੋ ਆਇਆ ਵੀ ਮੈਂ ਤਾਂ ਇਹ ਸੋਚ ਕੇ ਆਇਆ ਸੀਗਾ ਗੁਰੂ ਪਾਤਸ਼ਾਹ ਜੀ ਦਰਵੇਸ਼ ਹਨ, ਇਹਨਾਂ ਬਾਬਤ ਤੇ ਗੱਲਾਂ ਮੈਂ ਸੁਣੀਆਂ ਨੇ, ਪਰ ਇਹ ਦੇਖਿਆ ਅੱਜ ਜੋ ਅੱਖਾਂ ਦੇ ਨਾਲ ਦੇਖਿਆ ਸੱਚ ਹੁੰਦਾ, ਕੰਨਾਂ ਨਾਲ ਸੁਣਿਆ ਝੂਠ ਹੋ ਸਕਦਾ। ਮੈਂ ਤਾਂ ਇਹਨਾਂ ਦੀ ਸੋਭਾ ਸੁਣ ਕੇ, ਸ੍ਰੀ ਅਨੰਦਪੁਰ ਸਾਹਿਬ ਦੀ ਸੋਭਾ ਸੁਣ ਕੇ ਆਇਆ, ਪਰ ਸਾਹਮਣੇ ਮੇਰੇ ਕੀ ਹੋ ਰਿਹਾ? ਮੈਂ ਤਾਂ ਸੁਣਿਆ ਸੀ ਗੁਰੂ ਜੀ ਬੜੇ ਦਿਆਲੂ ਕਿਰਪਾਲੂ ਹੋਣਗੇ, ਪਰ ਇਹ ਤਾਂ ਅਨੋਖੀ ਹੀ ਖੇਡ ਰਚਾ ਰਹੇ ਆ। ਕਠੋਰ ਜਿਹਾ ਚਿੱਤ ਹੋ ਕੇ ਜਿਉਂਦੀ ਗਿਟਾਰ ਦਾ ਮਾਸ ਬਾਜ ਨੂੰ ਖਵਾਈ ਜਾਂਦੇ ਆ। ਕਮਾਲ ਦੀ ਗੱਲ ਹੈ। ਤਾਂ ਸਾਧੂ ਦੇ ਹਿਰਦੇ ਦੀ ਗੱਲ ਮਹਾਰਾਜ ਨੇ ਜਾਣੀ ਆ। ਕਿਆ ਸੰਤੋ ਮਹਾਂਪੁਰਖੋ ਆਓ ਜੀ। ਬੈਰਾਗੀ ਸਾਧੂ ਨੂੰ ਆਖਿਆ ਵੀ ਤੁਹਾਡਾ ਸਵਾਗਤ ਆ। ਜੋ ਸ਼ੰਕਾ ਹੁਣ ਤੁਹਾਡੇ ਮਨ ਵਿੱਚ ਆ ਨਾ, ਪਹਿਲਾਂ ਜਲ ਪਾਣੀ ਸਿੰਘਾਂ ਨੂੰ ਆਖਿਆ ਛਕਾਓ ਸਾਧੂ ਜੀ ਨੂੰ, ਤੇ ਉਹਦਾ ਉੱਤਰ ਵੀ ਲੈ ਜਾਓ ਜੀ। ਗੁਰੂ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਦੇਖੋ ਜੀ, ਕਿਰਤ ਉਹਨਾਂ ਕਾ ਮਿਟ ਸਨਾਹੇ, ਓਏ ਆਪਣਾ ਬੀਜਿਆ ਆਪ ਖਾਹੇ, ਨਾਨਕ ਜੋ ਬੀਜੈ ਸੋ ਖਾਵਣਾ, ਕਰਤੈ ਲਿਖ ਪਾਇਆ। ਸਤਿਗੁਰੂ ਜੀ ਕਹਿਣ ਲੱਗੇ ਉਹ ਵੈਸ਼ਨਵ ਵਿਰਾਗੀ ਸਾਧੂ ਨੂੰ, ਇਹ ਗਿਟਾਰ ਪਿਛਲੇ ਜਨਮ ਦੇ ਵਿੱਚ ਇੱਕ ਰਾਜੇ ਦਾ ਵਜ਼ੀਰ ਹੁੰਦਾ ਸੀ, ਤੇ ਇਹ ਜਿਹੜਾ ਬਾਜ ਆ ਇਹ ਇੱਕ ਬਹੁਤ ਵੱਡਾ ਜ਼ਿਮੀਂਦਾਰ ਸੀ। ਵਜ਼ੀਰ ਨੇ ਕੀ ਕੀਤਾ? ਆਪਣੀ ਸ਼ਕਤੀ ਦਾ ਜ਼ੋਰ ਦਿਖਾਇਆ, ਇਹ ਤੇ ਨਾ ਵਿਚਾਰੇ ਤੇ ਝੂਠੀ ਤੂਹਮਤ ਲਾ ਕੇ ਇਹ ਜ਼ਿਮੀਂਦਾਰ ਨੂੰ ਰਾਜੇ ਤੋਂ ਕਹਾ ਕੇ ਪਿੰਡੋਂ ਬਾਹਰ ਕਢਵਾਇਆ, ਤੇ ਇਹਨੇ ਆਪਣੇ ਸੰਬੰਧੀਆਂ ਦੀ ਮਦਦ ਲੈ ਕੇ ਹੋਰ ਪਿੰਡ ਵਿੱਚ ਟਿਕਾਣਾ ਕਰ ਲਿਆ। ਵਜ਼ੀਰ ਨੇ ਉੱਥੋਂ ਵੀ ਇਹਨੂੰ ਉਜਾੜ ਦਿੱਤਾ, ਉੱਥੇ ਵੀ ਨਹੀਂ ਟਿਕਣ ਦਿੱਤਾ। ਸਮਾਂ ਪਿਆ, ਹੋਣੀ ਰੱਬ ਦੀ, ਦੋਵੇਂ ਮਰ ਗਏ। ਰਾਜੇ ਦਾ ਵਜ਼ੀਰ ਜਿਹੜਾ ਸੀ ਮਰ ਕੇ ਗਿਟਾਰ ਬਣ ਗਿਆ, ਜ਼ਿਮੀਂਦਾਰ ਬਾਜ ਬਣ ਗਿਆ। ਇਹ ਬਾਜ ਨੇ 3 ਜਨਮ ਇਹ ਗਿਟਾਰ ਨੂੰ ਖਾਣਾ ਸੀ, ਪਰੰਤੂ ਸਾਡੀ ਸੰਗਤ ਦੇ ਫਲ ਦਾ ਸਦਕਾ, ਇੱਥੇ ਸੰਗਤਾਂ ਜੋ ਸਿਮਰਨ ਕਰਦੀਆਂ ਨੇ ਉਹਦੇ ਫਲ ਦਾ ਸਦਕਾ 3 ਵਾਰੀ ਮਾਸ ਤੜਵਾ ਕੇ ਤੇ ਇਹਨੇ ਪਿਛਲੇ ਮਾੜੇ ਕਰਮਾਂ ਦਾ ਫਲ ਭੋਗ ਲਿਆ। ਇਹਨਾਂ ਦਾ ਲੇਖਾ ਮੁੱਕ ਗਿਆ। ਇਹ ਸੁਣ ਕੇ ਸਾਧੂ ਨੂੰ ਹੁਣ ਯਕੀਨ ਹੋ ਗਿਆ ਵੀ ਕਈ ਵਾਰੀ ਅਸੀਂ ਵੇਖਦੇ ਹਾਂ, ਪਰ ਆਪਣੀ ਅਗਿਆਨਤਾ ਕਰਕੇ ਸਾਨੂੰ ਉਹ ਦੇਖੀ ਦਿਖਾਈ ਗੱਲ ਵੀ ਸੱਚ ਨਹੀਂ ਹੁੰਦੀ। ਤਾਂ ਕਰਮ ਧਰਤੀ ਸਰੀਰ ਜੁਗੇ ਅੰਤਰ, ਜੋ ਬੋਵੈ ਸੋ ਖਾਤ, ਜੇਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਤਾਂ ਜਦੋਂ ਮਹਾਰਾਜ ਨੇ ਕਿਹਾ ਨਾ ਕਿ ਇਹਨਾਂ ਦਾ ਲੇਖਾ ਮੁੱਕ ਗਿਆ, ਇਹ ਸੁਣ ਕੇ ਸਾਧੂ ਨੇ ਮਹਾਰਾਜ ਜੀ ਤੋਂ ਮਾਫੀ ਮੰਗੀ
ਕਹਿਣ ਲੱਗਾ, ਬੈਰਾਗੀ ਸਾਧੂ, ਮਹਾਰਾਜ ਜੀ ਮੈਥੋਂ ਬਹੁਤ ਵੱਡੀ ਭੁੱਲ ਹੋ ਗਈ। ਗੁਰੂ ਸਾਹਿਬ ਜੀ ਨੂੰ ਧੰਨ ਧੰਨ ਕਹਿੰਦਿਆਂ ਚਰਨਾਂ ਦੇ ਉੱਪਰ ਨਮਸਕਾਰ ਕੀਤੀ ਆ। ਤੇ ਮਹਾਰਾਜ ਕਹਿੰਦੇ, ਭਾਈ ਦੇਖੋ, ਸਾਧ ਸੰਗਤ ਨੂੰ ਆਖਿਆ, ਜੋ ਜੋ ਵੀ ਕਰਮ ਜੀਵ ਕਰਦਾ ਨਾ, ਉਹਨਾਂ ਦਾ ਫਲ ਤਾਂ ਭਾਈ ਭੋਗਣਾ ਹੀ ਪੈਂਦਾ। ਇਹ ਜਿਹੜੇ ਕਰਮ ਹੁੰਦੇ ਆ ਨਾ ਬੰਦੇ ਦੇ ਕੀਤੇ ਵੇ, ਬੰਦਾ ਇਹਨਾਂ ਤੋਂ ਭੱਜ ਨਹੀਂ ਸਕਦਾ। ਦੇਖੋ, ਜਿਵੇਂ ਗਾਵਾਂ ਹੁੰਦੀਆਂ ਨੇ, 1000 ਗਾਵਾਂ ਹੋਣ, ਉਹਨਾਂ ਵਿੱਚ ਆਪਾਂ ਉਹ ਗਾਂ ਦੇ ਬੱਚੇ ਨੂੰ ਛੱਡ ਦਈਏ, ਉਹ ਆਪਣੀ ਜਿਵੇਂ ਮਾਂ ਨੂੰ ਗਾਂ ਨੂੰ ਲੱਭ ਲਵੇਗਾ। ਬੰਦੇ ਦੇ ਕਰਮ ਐਵੇਂ ਉਹਨੂੰ ਲੱਭ ਲੈਂਦੇ ਆ, ਬੰਦਾ ਇਹਨਾਂ ਤੋਂ ਭੱਜ ਨਹੀਂ ਸਕਦਾ। ਤਾਂ ਜੇਕਰ ਕੋਈ ਚੋਰੀ ਕਰਦਾ, ਉਹਦਾ ਫਲ ਵੀ ਉਹਨੂੰ ਮਿਲਣਾ। ਤੇ ਮਹਾਰਾਜ ਕਹਿੰਦੇ, ਰਾਜਾ ਧ੍ਰਿਤਰਾਸ਼ਟਰ ਕੌਰਵਾਂ ਦਾ ਪਿਤਾ ਸੀ, ਜਮਾਂਦਰੂ ਹੀ ਨੇਤਰਹੀਣ ਸੀਗਾ, ਪਰ ਸੀ ਵੱਡਾ ਧਰਮਾਤਮਾ। ਇਹਨੂੰ ਪਿਛਲੇ 100 ਜਨਮਾਂ ਦਾ ਗਿਆਨ ਸੀ। ਜਿਵੇਂ ਕਿ ਆਪਾਂ ਵੇਖਦੇ ਹਾਂ, ਆਪਾਂ ਨੂੰ ਤਾਂ ਅਲਪਗਤਾ ਇੰਨੀ ਆ ਨਾ ਕਿ ਆਪਾਂ ਨੂੰ ਗਿਆਨ ਨਹੀਂ, ਬੋਧ ਨਹੀਂ। ਜਦੋਂ ਇਹਦੇ 100 ਪੁੱਤ ਸਾਰੀ ਮਹਾਭਾਰਤ ਦੇ ਯੁੱਧ ਵਿੱਚ ਮਾਰੇ ਗਏ, ਬੜਾ ਵਿਰਾਗ ਆ ਗਿਆ। ਕਹਿਣ ਲੱਗਾ, ਸ਼੍ਰੀ ਕ੍ਰਿਸ਼ਨ ਜੀ ਜਿਹੜੇ ਦੁਆਪਰ ਯੁੱਗ ਦੇ ਅਵਤਾਰੀ ਹਨ, ਭਗਵਾਨ ਜੀ ਹਨ, ਇਹਨਾਂ ਨੂੰ ਪੁੱਛਿਆ ਜਾਏ, ਮੇਰੇ ਅੰਧੇਪਣ ਤੇ ਮੇਰੇ 100 ਪੁੱਤਰ ਮਾਰੇ ਜਾਣ ਦਾ ਕੀ ਕਾਰਨ? ਕਹਿੰਦਾ, ਭਗਵਾਨ ਜੀ ਮੈਨੂੰ ਆਪਣੇ ਪਿਛਲੇ 100 ਜਨਮਾਂ ਤੱਕ ਦਾ ਗਿਆਨ ਹੈ, ਇਹਨਾਂ ਜਨਮਾਂ ਵਿੱਚ ਮੈਂ ਕੋਈ ਪਾਪ ਨਹੀਂ ਕੀਤਾ। ਭਗਵਾਨ ਜੀ ਕਹਿਣ ਲੱਗੇ, 107ਵੇਂ ਜਨਮ ਵਿੱਚ ਵੇਖੋ, ਉਹ ਜਨਮ ਦੇ ਵਿੱਚ ਤੂੰ ਇੱਕ ਅੱਕ ਦੇ ਟਿੱਡੇ ਦੀਆਂ ਅੱਖਾਂ ਸੂਲ ਨਾਲ ਵਿੰਨ ਕੇ ਉਹਨੂੰ ਅੰਨਾ ਕੀਤਾ ਸੀ, ਜਿਸ ਕਰਕੇ ਤੈਨੂੰ ਅੰਨੇ ਹੋਣ ਦਾ ਇਹ ਜਨਮ ਮਿਲਿਆ। ਦੂਜੀ ਗੱਲ, ਜੋ ਤੁਸੀਂ ਕਹਿੰਦੇ ਹੋ ਨਾ ਵੀ 100 ਪੁੱਤਰਾਂ ਦੇ ਮਰਨ ਦੀ ਗੱਲ ਕੀਤੀ ਆ, ਉਹ ਵੀ ਤੁਸੀਂ ਕਰਮ ਕੀਤਾ ਹੋਇਆ। ਜਦੋਂ ਤੁਹਾਡਾ ਜਨਮ ਸੀਗਾ ਪਿਛਲਾ, ਉਸ ਵਕਤ ਤੁਸੀਂ ਮਾਸ ਖਾਣ ਦੇ ਬੜੇ ਸ਼ੌਕੀਨ ਸੀਗੇ। ਇੱਕ ਵਾਰੀ ਜਦੋਂ ਲੰਮੀ ਝੜੀ ਲੱਗੀ ਆ, ਉਸ ਸਮੇਂ ਤੁਹਾਡੇ ਵਾਸਤੇ ਰੱਖੇ ਸ਼ਿਕਾਰੀ, ਉਹਨਾਂ ਨੇ ਬਾਹਰੋਂ ਸ਼ਿਕਾਰ ਮਾਰ ਕੇ ਲਿਆਉਣ ਦੀ ਬਜਾਏ ਮਹਿਲ ਦੇ ਅੰਦਰ ਹੀ ਪਲ ਰਹੇ ਹੰਸਾਂ ਦੇ 100 ਬੱਚਿਆਂ ਵਿੱਚੋਂ ਇੱਕ ਨੂੰ ਮਾਰ ਕੇ ਤੁਹਾਨੂੰ ਖਵਾ ਦਿੱਤਾ। ਮਾਸ ਤੁਹਾਨੂੰ ਪਸੰਦ ਆ ਗਿਆ, ਤੁਸੀਂ ਕਿਹਾ ਇਹੋ ਜਿਹਾ ਮਾਸ ਹੀ ਲਿਆ ਕੇ ਦਿਆ ਕਰੋ ਰੋਜ਼। ਤੇ ਉਹ ਤੁਹਾਨੂੰ ਖੁਸ਼ ਕਰਨ ਦੇ ਚੱਕਰ ਵਿੱਚ ਰੋਜ਼ ਇੱਕ ਮਾਰਦੇ ਸੀ, ਹੰਸ ਦਾ ਬੱਚਾ ਮਾਰ ਕੇ ਖਵਾ ਦਿੰਦੇ ਸੀ। ਤੇ ਜਦੋਂ ਹੰਸ ਮਾਨ ਸਰੋਵਰ ਤੋਂ ਵਾਪਸ ਆਏ ਆ, ਪਤਾ ਲੱਗਿਆ ਸਾਡੀ ਸੰਤਾਨ, ਸਾਡੇ ਬੱਚੇ ਇਹਨਾਂ ਨੇ ਮਾਰ ਦਿੱਤੇ ਆ। ਉਹਨਾਂ ਨੇ ਸਰਾਪ ਦੇ ਦਿੱਤਾ, ਤੇਰੀ ਵੀ ਸੰਤਾਨ ਤੇਰੇ ਜਿਉਂਦਿਆਂ ਹੀ ਮਰੇ। ਜਿਵੇਂ ਸਾਡੇ ਨਾਲ ਹੋਈ ਆ ਨਾ, ਉਵੇਂ ਤੇਰੇ ਨਾਲ ਹੋਵੇ, ਤੂੰ ਵੀ ਸਾਡੀ ਤਰ੍ਹਾਂ ਦੁਖੀ ਹੋਵੇਂ। ਇਸ ਪ੍ਰਕਾਰ ਪੁੰਨ ਬਹੁਤੇ ਹੋਣ ਕਾਰਨ 106 ਜਨਮਾਂ ਤੱਕ ਤੁਹਾਨੂੰ ਇਹ ਸਰਾਪ ਦਾ ਫਲ ਨਾ ਮਿਲਿਆ। ਪਰ ਹੁਣ ਇਹ ਪੁੰਨ ਬਹੁਤੇ ਜਿਹੜੇ ਸੀਗੇ ਕੀਤੇ ਖਤਮ ਹੋ ਗਏ ਤੇ ਸਰਾਪ ਦਾ ਫਲ ਪੂਰਾ ਹੋ ਗਿਆ। ਭਾਵ ਕਿ ਜੀਵ ਜੋ ਵੀ ਕਰਮ ਕਰਦਾ ਨਾ, ਮਹਾਰਾਜ ਜੀ ਕਹਿਣ ਲੱਗੇ ਬੈਰਾਗੀ ਸਾਧੂ ਨੂੰ ਕਿ ਉਹਦਾ ਫਲ ਉਹਨੂੰ ਭੋਗਣਾ ਹੀ ਪੈਂਦਾ ਹੈ। ਕਰ ਕਰ ਕਰਨਾ ਲਿਖ ਲੈ ਜਾਹੋ। ਇਹ ਬੰਦੇ ਦੇ ਨਾ ਜਿਹੜੇ ਮੱਥੇ ਦੇ ਲੇਖ ਹੁੰਦੇ ਆ, ਇਹ ਲੇਖ ਨਾ ਮਿਟਿਆਈ ਹੇ ਸਖੀ ਜੋ ਲਿਖਿਆ ਕਰਤਾਰ। ਤਾਂ ਗੁਰੂ ਮਹਾਰਾਜ ਨੇ ਜਿਹੜੇ ਲੇਖ ਲਿਖ ਦਿੱਤੇ ਆ, ਇਹ ਕਿੱਥੇ ਮਿਟਦੇ ਆ ਜੀ? ਨਹੀਂ ਮਿਟਦੇ। ਤਾਂ ਜਦੋਂ ਇਸ ਤਰ੍ਹਾਂ ਉਹ ਸਾਧੂ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਲੱਗਾ ਗੁਰੂ ਸਾਹਿਬ ਜੀ ਬਾਜ ਤੋਂ ਇਹ ਛੋਟਾ ਜਿਹਾ ਜਿਹੜਾ ਪੰਛੀ ਆ ਗਟਾਰ, ਇਹਦਾ ਮਾਸ ਜਿਹੜਾ ਨੋਚ ਕੇ ਖਵਾ ਰਹੇ ਆ, ਇਹ ਤਾਂ ਬੜੇ ਨਿਰਦਈ ਆ। ਭੁਲੇਖਾ ਪੈ ਗਿਆ, ਵਹਿਮ ਪੈ ਗਿਆ ਸੀ। ਪਰ 10ਵੇਂ ਪਾਤਸ਼ਾਹ ਜੀ ਨੇ ਦੇਖੋ, ਗੁਰੂ ਮਹਾਰਾਜ ਨੇ ਕਿੱਡੀ ਕਿਰਪਾ ਕਰ ਦਿੱਤੀ ਜੀ। 10ਵੇਂ ਪਾਤਸ਼ਾਹ ਜੀ ਨੇ ਇਹਨਾਂ ਜੀਆਂ ਦਾ ਉਧਾਰ ਕੀਤਾ, ਗਟਾਰ ਦਾ ਉਧਾਰ ਕੀਤਾ। ਗੁਰੂ ਸਾਹਿਬ ਜੀ ਦਾ ਸੁਭਾਅ ਹੀ ਇਹ ਆ। ਮਹਾਰਾਜ ਤਾਂ ਕਈ ਵਾਰੀ ਐਡੀ ਕਿਰਪਾ ਕਰ ਦਿੰਦੇ ਆ ਕਿ ਸੁਪਨੇ ਵਿੱਚ ਵੀ ਜਿਹੜੇ ਕਰਮ ਅਸੀਂ ਭੋਗਣੇ ਹੁੰਦੇ ਆ, ਜਦੋਂ ਅਸੀਂ ਉਹਦੇ ਦਾਸ ਬਣ ਜਾਂਦੇ ਆ, ਸੇਵਕ ਬਣ ਜਾਂਦੇ ਆ। ਸਗਲ ਦਵਾਰ ਕੋ ਛਾੜ ਕੇ ਸਾਧ ਸੰਗਤ ਜੀ ਗਇਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ। ਜਦੋਂ ਮਹਾਰਾਜ ਜੀ ਦੇ ਮਰੀਦ ਹੀ ਬਣ ਗਏ ਤਾਂ ਉਦੋਂ ਗੁਰੂ ਸਾਹਿਬ ਇਹ ਸਾਰੀਆਂ ਬਰਕਤਾਂ ਸਾਨੂੰ ਬਖਸ਼ ਦਿੰਦੇ ਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਾਖੀ ਆਉਂਦੀ ਆ, ਜਦੋਂ ਗੁਰੂ ਸਾਹਿਬ ਜੀ ਮਾਲਵੇ ਦੀ ਧਰਤੀ ਤੇ ਵਿਚਰਦੇ ਹੋਏ ਦੀਨੇ ਪਿੰਡ ਵਿੱਚ ਪਹੁੰਚੇ ਆ, ਜੋ ਕਾਂਗੜ ਵਿੱਚੋਂ ਨਿਕਲ ਕੇ ਵਸਿਆ ਸੀ, ਤਾਂ ਹੀ ਇਹਨੂੰ ਦੀਨਾ ਕਾਂਗੜ ਵੀ ਕਹਿ ਦਿੰਦੇ ਆ ਜੀ। ਉੱਥੋਂ ਦਾ ਚੌਧਰੀ ਸੀ ਲਖਮੀਰ, ਸਮੀਰ ਤੇ ਤਖਤਮਲ, ਤਿੰਨੇ ਭਰਾ ਸੀ ਜੋ ਰਾਏ ਜੋਧ ਦੇ ਪੋਤੇ ਸੀਗੇ।
ਇਹ ਰਾਏ ਜੋਧ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਸੀ ਤੇ ਵਰ ਪਾਏ ਸੀ। ਸਤਿਗੁਰੂ ਮਹਾਰਾਜ ਨੂੰ ਨੇੜੇ ਆਏ ਜਾਣ ਕੇ ਗੁੜ ਦੀ ਭੇਲੀ ਲਈ ਆ, ਰੁਪਈਆ ਲਿਆ ਤੇ ਮਹਾਰਾਜ ਜੀ ਨੂੰ ਭੇਟਾ ਕਰਕੇ ਇਸ ਤਰ੍ਹਾਂ ਨਤਮਸਤਕ ਹੋਏ ਆ। ਤਿੰਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਤੁਹਾਡੇ ਦਾਦਾ ਗੁਰੂ ਜੀ ਉਹਨਾਂ ਨੇ ਸਾਡੇ ਦਾਦੇ ਤੇ ਬਖਸ਼ਿਸ਼ਾਂ ਕੀਤੀਆਂ ਮਹਾਰਾਜ, ਉਸੇ ਤਰ੍ਹਾਂ ਸਾਡੇ ਤੇ ਕਿਰਪਾ ਬਣਾਈ ਰੱਖਣੀ ਅਤੇ ਸਤਿਗੁਰੂ ਜੀ ਨੂੰ ਆਪਣੇ ਨਾਲ ਚੱਲਣ ਦੀ ਬੇਨਤੀ ਕੀਤੀ ਆ। ਮਹਾਰਾਜ ਨੇ ਬੇਨਤੀ ਪ੍ਰਵਾਨ ਕਰ ਲਈ, ਕਿਉਂਕਿ ਦੇਖੋ ਜੀ ਪ੍ਰੇਮ ਦੇ ਨਾਲ ਕੋਈ ਵੀ ਬੇਨਤੀ ਕਰਦਾ ਨਾ ਤੇ ਮਹਾਰਾਜ ਜੀ ਨੂੰ ਸਵੀਕਾਰ ਕਰ ਲੈਂਦੇ ਆ। ਅੱਜ ਵੀ ਇਹ ਹੈ, ਇਹ ਗੁਰੂ ਦਾ ਬਿਰਦ ਆ, ਇਹ ਗੁਰੂ ਦਾ ਸੁਭਾਅ। ਇੱਕ ਭਾਈ ਦੇਸ਼ਨਾਮੇ ਤਰਖਾਣ ਦੇ ਚੁਬਾਰੇ ਜੋ ਪਹਿਲਾਂ ਹੀ ਲਿਪ ਪੋਚ ਕੇ ਰੱਖਿਆ ਸੀਗਾ, ਉਹਦੇ ਵਿੱਚ ਜਾ ਕੇ ਡੇਰਾ ਲਾ ਲਿਆ ਮਹਾਰਾਜ ਨੇ। ਚੌਧਰੀ ਸ਼ਮੀਰ ਨੂੰ ਸੇਵਾ ਕਰਦਿਆਂ ਬੜੇ ਦਿਨ ਬੀਤੇ ਆ। ਇਹਦੀ ਸੇਵਾ ਤੋਂ ਪ੍ਰਸੰਨ ਹੋ ਕੇ ਮਹਾਰਾਜ ਜੀ ਨੇ ਕਿਹਾ, ਭਾਈ ਸ਼ਮੀਰ ਜੋ ਤੇਰੇ ਮਨ ਦੇ ਵਿੱਚ ਇੱਛਾ ਹੈ ਉਹ ਮੰਗ ਲੈ, ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਤੈਨੂੰ ਸਭ ਕੁਝ ਮਿਲ ਜਾਵੇਗਾ। ਚੌਧਰੀ ਸ਼ਮੀਰ ਨੇ ਪਤਾ ਕੀ ਕਿਹਾ, ਮਹਾਰਾਜ ਦੇਖੋ ਜੀ ਮੇਰਾ ਨਾ 84 ਦਾ ਝਗੜਾ ਮੁਕਾ ਦਿਓ, ਪਤਾ ਨਹੀਂ ਕਿੰਨੇ ਕੁ ਯੁੱਗਾਂ ਦਾ ਇਹ ਝਗੜੇ ਵਿੱਚ ਪਿਆ, ਖੱਜਲ ਖਵਾਰ ਜਾ ਹੋਈ ਜਾਨਾ। ਮਹਾਰਾਜ ਹੱਸ ਕੇ ਮੁਸਕਰਾ ਕੇ ਬੋਲੇ, ਭਾਈ ਤੂੰ ਕੁਝ ਹੋਰ ਮੰਗ ਲੈ, ਕਿਉਂਕਿ ਅਜੇ ਤਾਂ ਤੇਰੇ ਬਹੁਤ ਜਨਮ ਬਾਕੀ ਨੇ। ਚੌਧਰੀ ਨੇ ਕਿਹਾ, ਜਿਵੇਂ ਸੂਰਜ ਅੱਗੇ ਹਨੇਰਾ ਨਹੀਂ ਠਹਿਰਦਾ ਮਹਾਰਾਜ, ਇਸੇ ਤਰ੍ਹਾਂ ਆਪ ਜੀ ਦਾ ਹੁਕਮ ਹੋ ਜੇ ਤਾਂ ਉਹ ਹੁਕਮ ਦੇ ਅੱਗੇ ਕੋਈ ਪਾਪ ਕਰਮ ਜਨਮ ਮਰਨ ਦਾ ਚੱਕਰ ਮੈਂ ਜਾਣਦਾ ਜੀ ਨਹੀਂ ਠਹਿਰ ਸਕਦਾ, ਆਪ ਜੀ ਬਖਸ਼ਿਸ਼ ਕਰੋ। ਸਤਿਗੁਰੂ ਮਹਾਰਾਜ ਨੇ 3-4 ਵਾਰ ਕਿਹਾ, ਭਾਈ ਕੁਝ ਹੋਰ ਮੰਗ ਲਓ ਸ਼ਮੀਰ ਜੀ, ਪਰ ਸ਼ਮੀਰ ਨੇ ਵਾਰ-ਵਾਰ ਕਿਹਾ ਵੀ 84 ਕੱਟੋ ਮਹਾਰਾਜ, ਬੇਨਤੀ ਕੀਤੀ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਫਿਰ ਚੰਗਾ ਕੱਲ ਨੂੰ ਆਈ। ਦੇਖੋ ਜੀ ਇਹ ਗੱਲ ਦੇ ਵਿੱਚ ਰਮਜ ਸੀਗੀ। ਸਮੀਰ ਨਮਸਕਾਰ ਕਰਕੇ ਘਰ ਨੂੰ ਗਿਆ। ਘਰ ਨੂੰ ਜਾ ਕੇ ਜਦੋਂ ਥਕਾਵਟ ਹੋਈ, ਪਲੰਘ ਤੇ ਸੁੱਤਾ, ਸੁਪਨੇ ਵਿੱਚ ਕੂਕਰ ਬਣਿਆ, ਕੁੱਤਾ ਬਣਿਆ, ਸੂਕਰ ਬਣਿਆ, ਸੂਰ ਬਣਿਆ, ਖੋਤਾ ਬਣਿਆ, ਬਿੱਲਾ, ਕਦੇ ਸੱਪ, ਕਦੇ ਠੂਹਾਂ, ਕਦੇ ਬੈਲ ਤੇ ਕਦੇ ਮ੍ਰਿਗ। ਇਹ ਇੱਕੋ ਹੀ ਸੁਪਨੇ 'ਚ ਹੋਈ ਜਾਂਦਾ, ਕਦੇ ਟਿੱਡੀਆਂ, ਕਦੇ ਕੀੜੇ ਮਕੌੜੇ। ਅਖੀਰ ਵਿੱਚ ਚੰਡਾਲਾਂ ਦੇ ਘਰੇ ਪੈਦਾ ਹੋ ਗਿਆ। ਸੁਪਨੇ 'ਚ ਹੋ ਰਿਹਾ ਸਭ ਕੁਝ। ਘਰ ਵਿੱਚ ਬੜੀ ਗਰੀਬੀ ਸੀ, ਧੀਆਂ ਪੁੱਤਰ ਬਹੁਤ ਸੀ। ਦੇਸ਼ 'ਚ ਪੈ ਗਿਆ ਕਾਲ, ਅੰਨ ਕਿਤੋਂ ਨਾ ਮਿਲਿਆ। ਸਾਰਾ ਪਰਿਵਾਰ ਜੰਗਲ ਵਿੱਚ ਪੀਲੂ ਖਾਣ ਗਿਆ। ਬਹੁਤ ਪੀਲੂ ਖਾਧੇ। ਪੀਲੂ ਤੋੜਨ ਦੇ ਲਾਲਚ ਨਾਲ ਇੱਕ ਪਤਲੀ ਜੀ ਟਾਹਣੀ ਤੇ ਪੈਰ ਰੱਖਿਆ। ਟਾਹਣੀ ਟੁੱਟ ਗਈ ਤੇ ਹੇਠਾਂ ਡਿੱਗ ਪਿਆ। ਡਿੱਗਿਆ, ਇੱਧਰੋਂ ਅੱਖ ਖੁੱਲ੍ਹ ਗਈ। ਸੋਚਣ ਲੱਗਾ, ਇੰਨੇ ਜਨਮ ਇੱਕੋ ਸੁਪਨੇ ਵਿੱਚ ਮਿਲ ਗਏ ਆ, ਇਹ ਕਿਹੋ ਜਿਹਾ ਸੁਪਨਾ ਸੀ। ਸੁਪਨੇ ਤਾਂ ਮੈਨੂੰ ਆਏ ਨੇ, ਪਰ ਇਹੋ ਜਿਹਾ ਸੁਪਨਾ ਅੱਜ ਤੱਕ ਨਹੀਂ ਜੀ ਆਇਆ। ਤਾਂ ਉਹ ਜੋ ਭਾਈ ਸ਼ਮੀਰ ਹੈ ਨਾ, ਉਹ ਸਾਰੀਆਂ ਗੱਲਾਂ ਸੋਚੀ ਜਾਂਦਾ ਵੀ ਇਹ ਸੁਪਨਾ ਕਿਹੋ ਜਿਹਾ ਸੀ। ਇਉਂ ਲੱਗ ਰਿਹਾ ਸੀ ਸੱਚਮੁੱਚ ਹੋ ਰਿਹਾ। ਕਈ ਵਾਰੀ ਆਪਾਂ ਨੂੰ ਵੀ ਸੁਪਨੇ ਆਉਂਦੇ ਆ, ਜੇ ਡਰਾਵਣਾ ਸੁਪਨਾ ਆਵੇ ਆਪਾਂ ਧਰਵਕ ਕੇ ਉੱਠ ਖੜ੍ਹਦੇ ਆ। ਤਾਂ ਇਵੇਂ ਪੀਲੂ ਇਹਨੇ ਜਿਹੜੇ ਖਾਧੇ ਸੀਗੇ, ਉਹ ਟਾਹਣੀ ਤੇ ਪੈਰ ਰੱਖਿਆ, ਟਾਹਣੀ ਟੁੱਟ ਗਈ, ਹੇਠਾਂ ਡਿੱਗਿਆ, ਇੱਧਰੋਂ ਅੱਖ ਖੁੱਲ੍ਹੀ ਆ। ਇਹ ਪੀਲੂ ਨਾ ਨਿੱਕੇ ਨਿੱਕੇ ਲਾਲ ਰੰਗ ਦੇ ਇੱਕ ਫਲ ਹੁੰਦੇ ਆ। ਜੰਗਲ ਵਿੱਚ ਜ਼ਿਆਦਾ ਦਰਖਤ ਹੁੰਦਾ। ਪੁਰਾਣੇ ਜ਼ਮਾਨੇ 'ਚ ਬਹੁਤ ਸੀਗੇ, ਹੁਣ ਤਾਂ ਚਲੋ ਆਪਾਂ ਦਰਖਤ ਛੱਡਦੇ ਨਹੀਂ, ਦਰਖਤਾਂ ਦੀ ਕਟਾਈ ਵੱਧ ਕਰਦੇ ਆ, ਲਾਉਂਦੇ ਘਾਟਾਂ, ਤਾਂ ਰਹੋ ਵਿਚਾਰ। ਇਸ ਤਰ੍ਹਾਂ ਫਿਰ ਉਦੋਂ ਜਦੋਂ ਗਿਆ ਦਾਤਨ ਕਰਨ ਲੱਗਾ ਨਾ, ਉੱਠਿਆ, ਸੋਚਿਆ, ਦੰਦਾਂ ਵਿੱਚ ਫਸੇ ਹੋਏ ਪੀਲੂਆਂ ਦੇ ਨਿੱਕੇ ਨਿੱਕੇ ਛਿੱਲੜ ਨਿਕਲੇ ਆ। ਨਿੰਮੋ ਝੂਣਾ ਹੋ ਗਿਆ। ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਜਾ ਕੇ ਬੇਨਤੀ ਕੀਤੀ, ਮਹਾਰਾਜ ਇਹ ਕੀ ਕੌਤਕ ਆ। ਤਾਂ ਚੌਧਰੀ ਸ਼ਮੀਰ ਜਦੋਂ ਇਸ ਤਰ੍ਹਾਂ ਆਖ ਰਿਹਾ, ਮਹਾਰਾਜ ਨੇ ਆਖਿਆ, ਭਾਈ ਕੀ ਗੱਲ ਹੋ ਗਈ ਆ। ਕਹਿੰਦੇ, ਸਤਿਗੁਰੂ ਜੀ ਤੁਹਾਡੀਆਂ ਖੇਡਾਂ ਤੁਸੀਂ ਜਾਣੋ, ਪਰ ਸੱਚਮੁੱਚ ਦੱਸੋ ਜੋ ਮੈਂ ਰਾਤ ਦੇਖਿਆ ਪ੍ਰਤੱਖ ਸੀ ਕਿ ਸੁਪਨਾ। ਤੇ ਮਹਾਰਾਜ ਜੀ ਨੂੰ ਜਦੋਂ ਇਸ ਤਰ੍ਹਾਂ ਬੇਨਤੀ ਕੀਤੀ ਨਾ, ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਾਈ ਇਹ ਸੁਪਨਾ ਸੀ ਤਾਂ ਫਿਰ ਉਹਦੇ ਚਿੰਨ੍ਹ ਜਾਗਰਤ ਵਿੱਚ ਕਿਵੇਂ ਪ੍ਰਗਟ ਹੋ ਗਏ, ਦੱਸੋ ਜੀ। ਵੀ ਜੇ ਤਾਂ ਸੁਪਨਾ ਸੀ ਤਾਂ ਸੁਪਨਾ ਹੁੰਦਾ। ਸੁਪਨੇ ਵਿੱਚ ਆਪਾਂ ਕੋਈ ਚੀਜ਼ ਖਾਧੀ ਆ ਤਾਂ ਉਹਦੇ ਛਿੱਲੜ ਆਪਣੇ ਦੰਦਾਂ ਵਿੱਚ ਤਾਂ ਨਹੀਂ ਫਸੇ ਰਹਿ ਜਾਂਦੇ, ਨਹੀਂ ਨਾ। ਇਸ ਤਰ੍ਹਾਂ ਬਿਲਕੁਲ ਮਹਾਰਾਜ ਕਹਿੰਦੇ, ਭਾਈ ਤੂੰ ਹੁਣ ਦੱਸ ਇਹ ਸਭ ਕੀ ਆ। ਸਤਿਗੁਰੂ ਜੀ ਕਹਿਣ ਲੱਗੇ, ਮਹਾਰਾਜ ਜੀ ਵੀ ਇਹ ਤਾਂ ਕੌਤਕ ਬਾਬਾ ਨਾਨਕ ਜੀ ਦੇ ਆ, ਤੇ ਇਹ ਸਭ ਮਾਇਆ ਜਿਹੜੀ ਆ, ਮਹਾ ਮਾਇਆ ਤਾਕੀ ਹੈ ਛਾਇਆ,
ਇਹ ਰੱਬ ਦੇ ਹੁਕਮ ਦੇ ਵਿੱਚ ਚੱਲਦੀ ਆ। ਸਤਿਗੁਰੂ ਕਹਿੰਦੇ ਚੌਧਰੀ ਜੀ ਇਹਦਾ ਨਾਮ ਮਾਇਆ ਹੈ, ਜੋ ਨਾ ਬਣਦੀ ਗੱਲ ਨੂੰ ਬਣਾ ਕੇ ਦਿਖਾ ਦਿੰਦੀ ਆ। ਜਿੰਨੇ ਜਨਮ ਤੂੰ ਰਾਤ ਨੂੰ ਸੁਪਨੇ 'ਚ ਦੇਖੇ, ਇਹ ਤੂੰ ਸਾਰੇ ਵਾਰੀ-ਵਾਰੀ ਕਰਕੇ ਭੋਗਣੇ ਸੀ। ਤੂੰ ਕੂਕਰ, ਸੂਕਰ, ਖੋਤਾ, ਬਿੱਲਾ, ਸੱਪ, ਠੂਹਾਂ, ਬੈਲ, ਘੋੜੇ, ਮ੍ਰਿਗ, ਹਿਰਨ, ਟਿੱਡੀਆਂ, ਕੀੜੇ ਮਕੌੜੇ, ਇਹ ਸਾਰੇ ਚੰਡਾਲਾਂ ਦੇ ਘਰੇ ਤੇਰਾ ਜਨਮ ਹੋਣਾ ਸੀ। ਪਰ ਹੁਣ ਦੇਖ, ਤੇ ਸੁਪਨੇ ਵਿੱਚ ਹੀ ਭੁਗਤਾ ਦਿੱਤੇ ਗਏ ਆ। ਈਸ਼ਵਰ ਦੀ ਮਾਇਆ ਵੀ ਭੰਗ ਨਹੀਂ ਕੀਤੀ, ਤੇਰਾ 84 ਦਾ ਝਗਰ ਵੀ ਚੁਕਾ ਦਿੱਤਾ। 84 ਕੱਟਤੀ ਆ, ਹੁਣ ਤੇਰਾ ਜਨਮ ਨਹੀਂ ਹੋਵੇਗਾ। ਜਿਹੜੀ ਪਦਵੀ ਜੋਗੀਆਂ ਲਈ ਦੁਰਲੱਭ ਆ, ਉਹ ਤੈਨੂੰ ਬਖਸ਼ ਦਿੱਤੀ ਆ। ਗੁਰੂ ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ 10ਵੇਂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਭਾਈ ਸ਼ਮੀਰ ਬਣਿਆ, ਜਿਹੜਾ ਚੌਧਰੀ ਸੀਗਾ ਨਗਰ ਦਾ। ਇਹਨਾਂ 'ਤੇ ਕਿਰਪਾ ਕਿਉਂ ਹੋਈ? ਇਹਨਾਂ ਦਾ ਪਰਿਵਾਰ ਪਹਿਲਾਂ 6ਵੇਂ ਪਾਤਸ਼ਾਹ ਜੀ ਦਾ ਸ਼ਰਧਾਲੂ ਰਿਹਾ, ਪੀੜ੍ਹੀਆਂ ਵਿੱਚ ਸ਼ਰਧਾ ਸੀ। ਇੱਥੋਂ ਪਤਾ ਲੱਗਦਾ ਨਾ, ਐਵੇਂ ਨਹੀਂ ਕਿਰਪਾ ਹੋ ਜਾਂਦੀ। ਤਾਂ ਹੀ ਕਿਹਾ ਜਾਂਦਾ ਵੀ ਭਗਤ ਜਨਾ ਕੇ 21 ਕੁਲ ਤਰਾਏ, ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ, ਆਪੇ ਕਾਰਨ ਜਿਨ ਕੀਆ, ਕਰ ਕਿਰਪਾ ਭਗਤਾਰ। ਹੈ ਸਖੀ, ਮੱਥੇ ਦੇ ਉੱਪਰ ਜਿਹੜੇ ਲੇਖ ਹੁੰਦੇ ਆ ਨਾ, ਮਿਟਦੇ ਨਹੀਂ, ਬਾਣੀ ਵਿੱਚ ਹੀ ਬਚਨ। ਜਿਹੜੇ ਵਾਹਿਗੁਰੂ ਪਰਮੇਸ਼ਰ ਹੈ, ਜਿਹਨੇ ਆ ਦੁਨੀਆ ਬਣਾਈ ਆ, ਏਡਾ ਵੱਡਾ ਕਾਰਜ ਕੀਤਾ, ਮਿਹਰ ਵੀ ਉਹਨੇ ਕਰਨੀ ਆ। ਵਾਹਿਗੁਰੂ ਨੇ ਮਿਹਰ ਕਰਨੀ ਆ, ਕਿਰਪਾ ਉਹਨੇ ਕਰਨੀ ਆ। ਕਰਤੇ ਹੱਥ ਵਡਿਆਈਆਂ, ਰੱਬ ਦੇ ਹੱਥ ਸਾਰੀਆਂ ਵਡਿਆਈਆਂ। ਜੇ ਕਿਸੇ ਨੂੰ ਸੰਸਾ ਹੋਵੇ, ਗੁਰੂ ਮਹਾਰਾਜ ਜੀ ਦੇ ਕੋਲ ਆ ਕੇ ਪੁੱਛ ਸਕਦਾ। ਭਾਵ ਅਲਪਗਤਾ ਕਰਕੇ ਆਪਣੇ ਆਪ ਕਿਸੇ ਨੂੰ ਸਮਝ ਨਹੀਂ ਆਉਂਦੀ। ਬੂਝੋ ਗੁਰ ਵਿਚਾਰ, ਲਿਖਿਆ ਫੇਰ ਨਾ ਸਕੀਏ, ਜਿਉਂ ਭਾਵੀ ਤਿਉਂ ਸਾਰ। ਇਹ ਪਰਮੇਸ਼ਰ ਦੇ ਜਿਹੜਾ ਜੀਆਂ ਦੇ ਉੱਤੇ ਮੱਥੇ ਉੱਪਰ ਲੇਖ ਲਿਖਿਆ ਨਾ, ਇਹ ਮਿਟ ਨਹੀਂ ਸਕਦਾ। ਜਿਹੜੀ ਭਾਵੀ ਹੋਣੀ ਹੁੰਦੀ ਆ, ਉਹ ਹੋ ਕੇ ਰਹਿੰਦੀ ਆ। ਜੋ ਹੋਣਾ ਹੋ ਕੇ ਰਹਿਣਾ। ਇਹ ਗੱਲ ਨੂੰ ਸੰਭਾਲਣਾ ਕਰੋ ਕਿ ਉਹ ਮਾਲਕ ਸ੍ਰੇਸ਼ਟ ਆ। ਨਦਰ ਤੇਰੀ ਸੁਖ ਪਾਇਆ, ਨਾਨਕ ਸ਼ਬਦ ਵਿਚਾਰ। ਤਾਂ ਵਾਹਿਗੁਰੂ ਦੀ ਰਜ਼ਾ ਵਿੱਚ ਰਹਿ ਕੇ ਸੁੱਖ ਮਿਲਦਾ, ਪਰਮੇਸ਼ਰ ਦੀ ਕਿਰਪਾ ਨਾਲ ਮਿਲਦਾ ਹੈ। ਤਾਂ ਮਹਾਰਾਜ ਨੇ ਇਸ ਤਰ੍ਹਾਂ ਭਾਈ ਸ਼ਮੀਰ ਜੋ ਚੌਧਰੀ ਸੀਗਾ, ਉਹਨੂੰ ਵੀ ਉਹਦੀ 84 ਕੱਟ ਕੇ ਉਹਦਾ ਵੀ ਉਧਾਰ ਕੀਤਾ, ਤੇ ਗਟਾਰ ਪੰਛੀ ਦਾ ਵੀ ਉਧਾਰ ਕੀਤਾ। 2-3 ਸਾਖੀਆਂ ਮੈਂ ਆਪ ਜੀ ਨਾਲ ਸੰਗਤ ਜੀ ਸਾਂਝੀਆਂ ਕੀਤੀਆਂ ਹਨ। ਤਾਂ ਆਪ ਜੀ ਵੀ ਇਸ ਤਰ੍ਹਾਂ ਭਾਈ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਹੁਣ ਆਪ ਜੀ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਬਾਣੀ ਪੜ੍ਹਨ ਨਾਲ ਕੀ ਹੋਵੇਗਾ। ਮੱਥੇ ਦੇ ਉੱਪਰ ਜਿਹੜੇ ਲੇਖ ਆ ਮਿਟਦੇ ਨਹੀਂ, ਤੇ ਬਾਣੀ ਪੜ੍ਹਨ ਦਾ ਕੀ ਫਾਇਦਾ, ਗੁਰੂ ਘਰੇ ਆਉਣ ਦਾ ਕੀ ਫਾਇਦਾ। ਮੈਂ ਤੁਹਾਨੂੰ ਦੱਸਦਾ, ਜਿਸ ਤਰ੍ਹਾਂ ਭਾਈ ਸਮੀਰ, ਉਹਨਾਂ 'ਤੇ ਕਿਰਪਾ ਹੋਈ ਨਾ, ਸੁਪਨੇ ਵਿੱਚ ਹੀ ਸਾਰੀਆਂ ਜੂਨੀਆਂ ਕੱਟੀਆਂ ਗਈਆਂ। ਗੁਰੂ ਸਮਰੱਥ ਆ ਜੀ, ਕਰਤੇ ਹੱਥ ਵਡਿਆਈਆਂ। ਗੁਰੂ ਹੱਥ ਵਡਿਆਈਆਂ ਨੇ, ਜੇ ਉਹ ਚਾਹਵੇ ਤੇ ਤੁਹਾਨੂੰ ਮਿਲ ਸਕਦੀ ਆ। ਤਾਂ ਗੁਰਦੁਆਰਾ ਸਾਹਿਬ ਆਉਣ ਨਾਲ, ਮਹਾਰਾਜ ਅੱਗੇ ਸੀਸ ਝੁਕਾਉਣ ਨਾਲ ਪੁੱਠੇ ਲੇਖ ਮੱਥੇ ਦੇ ਸਿੱਧੇ ਹੋ ਜਾਂਦੇ ਆ। ਜਿਵੇਂ ਮੋਹਰ ਦਾ ਦ੍ਰਿਸ਼ਟਾਂਤ ਆ। ਮੋਹਰ ਜਿਹੜੀ ਆ ਸਿਆਹੀ ਵਿੱਚ ਡੁਬੋ ਕੇ ਕਾਗਜ਼ ਉੱਪਰ ਲਾਈ ਜਾਂਦੀ ਆ। ਮੋਹਰ ਦੇ ਅੱਖਰ ਤਾਂ ਪੁੱਠੇ ਉੱਕਰੇ ਹੁੰਦੇ ਆ, ਜਦੋਂ ਲੱਗਦੀ ਆ ਤੇ ਉਦੋਂ ਅੱਖਰ ਸਿੱਧੇ ਹੋ ਜਾਂਦੇ ਆ ਨਾ, ਕਿਉਂਕਿ ਉਹ ਝੁਕਦੀ ਹੈ। ਇਹ ਪ੍ਰਮਾਣ ਮਹਾਂਪੁਰਖ ਦਿੰਦੇ ਰਹੇ ਆ। ਤਾਂ ਗੁਰੂ ਪਿਆਰਿਓ, ਬਲਹਾਰੀ ਗੁਰੇ ਆਪਣੇ, ਜਿਹਨੇ ਹਿਰਦੈ ਦਿੱਤਾ ਦਿਖਾਏ। ਮਹਾਰਾਜ ਜੀ ਤੋਂ ਸਦਕੇ ਜਾਈਏ, ਕੁਰਬਾਨ ਜਾਈਏ, ਜਿਨ੍ਹਾਂ ਨੇ ਸੱਚ ਮਹਾਰਾਜ ਜੀ ਨੇ ਪ੍ਰਗਟ ਕਰ ਦਿੱਤਾ ਹਿਰਦੇ ਦੇ ਵਿੱਚ। ਸਾਰੀਆਂ ਸੰਗਤਾਂ ਦਾ ਧੰਨਵਾਦ, ਜਿਨ੍ਹਾਂ ਨੇ ਭਾਈ ਸਮੇਂ 'ਚੋਂ ਸਮਾਂ ਕੱਢਿਆ। ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ। ਗੁਰੂ ਮਹਾਰਾਜ ਦੀ ਕਥਾ ਵਿਚਾਰਦਿਆਂ ਇੱਕ ਨਹੀਂ, ਨਾਨਾ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਦੀ ਸੰਗਤ ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਣਯੋਗ ਹਨ ਜੀ, ਸਾਨੂੰ ਬਖਸ਼ ਲੈਣਾ ਜੀ। ਆਓ ਜੀ ਸਾਧ ਸੰਗਤ ਜੀ, ਪ੍ਰਣ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਜੀ, ਬਹੁਤ ਜਨਮ ਬਿਸ਼ਰੇ ਥੇ ਮਾਧੋ, ਇਹੋ ਜਨਮ ਤੁਮਾਰੇ ਦੇਖੇ, ਇਹ ਵਾਰ-ਵਾਰ ਨਹੀਂ ਮਿਲਣੀ ਮਾਨਸ ਦੇਹੀ। ਗੁਰੂ ਦੇ ਲੇਖੇ ਲਾਈਏ ਆਪਣੀ ਜ਼ਿੰਦਗੀ, ਕਿਰਤ ਕਰੀਏ ਸੱਚੀ ਸੁੱਚੀ, ਨਾਮ ਜਪੀਏ ਵੰਡ ਕੇ ਛਕੀਏ। ਤੇ ਗੁਰਬਾਣੀ ਦਾ ਇੱਕ ਅੱਖਰ ਵੀ ਸਾਡੇ ਅੰਦਰ ਵਸ ਜਾਵੇਗਾ, ਸਾਡੀ ਜ਼ਿੰਦਗੀ ਜਿਹੜੀ ਇਹਦਾ ਪਾਰ ਉਤਾਰਾ ਹੋ ਜਾਵੇਗਾ ਜੀ। ਆਓ ਅਖੀਰਲੀ ਪੰਕਤੀ ਪੜ੍ਹ ਕੇ ਬਾਣੀ ਦੀ ਫਤਿਹ ਬੁਲਾਉਣੀ ਕਰਦੇ ਹਾਂ ਜੀ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।